अस्सलामुअलैकुम की हाल है सारिਆਂ ਦਾ ठीक ठाक हो से ठीक है। अल्लाह ताला ਤੁਹਾਨੂੰ ਸਭ ਨੂੰ ਆਪਣੇ ਹਿਫਜ਼ ਓ ਈਮਾਨ 'ਚ ਰੱਖੇ ਤੇ ਆਪਣੀ ਸਿਹਤ ਦਾ ਖਿਆਲ ਰੱਖਿਆ ਕਰੋ। ਜਵਾਨ ਕਹਿੰਦਾ ਮੇਰੇ ਵਾਲਦ ਸਾਹਿਬ ਦਾ ਦਿਲ ਬਹੁਤ ਵੱਡਾ, ਨਾਲੇ ਮੇਰੇ ਨਾਲ ਯਾਰ ਨੇ। ਕਹਿੰਦਾ ਜਦੋਂ ਦੀ ਮੈਂ ਹੋਈ ਸੰਭਾਲੀ ਹੈ ਮੈਨੂੰ ਨਹੀਂ ਲੱਗਦਾ ਕਿ ਕਦੇ ਮੇਰੇ ਵਾਲਦ ਸਾਹਿਬ ਨੇ ਮੈਨੂੰ ਡਾਂਟਿਆ ਹੋਣਾ। ਜਿੰਨੇ ਮੈਨੂੰ ਪੈਸਿਆਂ ਦੀ ਲੋੜ ਹੁੰਦੀ ਹੈ ਕਹਿੰਦੇ ਮੇਰੇ ਬਟੂਏ 'ਚੋਂ ਜਾ ਕੇ ਲੈ ਲੈ, ਕਦੇ ਉਹਨਾਂ ਇਹ ਨਹੀਂ ਪੁੱਛਿਆ ਕਿ ਪੈਸੇ ਕਰਨੇ ਕਿੱਧਰ ਨਹੀਂ, ਕਿਉਂ ਖੜਨੇ ਨਹੀਂ। ਕਹਿੰਦਾ ਨਵਾਂ ਮੋਟਰਸਾਈਕਲ ਲੈ ਕੇ ਦਿੱਤੇ ਨੇ, ਮਰਜ਼ੀ ਨਾਲ ਕਾਲਜ ਜਾਣਾ, ਮਰਜ਼ੀ ਨਾਲ ਵਾਪਸ ਆਉਣਾ। ਸਾਡਾ ਮੱਝਾਂ ਦਾ ਵਾੜਾ ਹੈ, 40 ਤੋਂ 45 ਮੱਝਾਂ ਨੇ ਤੇ 10-12 ਗਾਵਾਂ ਨੇ ਤੇ ਕੁਝ ਕਟੀਆਂ ਕੱਟੇ ਨੇ। ਕਹਿੰਦਾ ਇੱਕ ਦਿਨ ਵੀ ਜਾ ਕੇ ਮੈਂ ਗੋਇਆ ਨਹੀਂ ਚੁੱਕਿਆ, ਕਦੇ ਜਾ ਕੇ ਮੈਂ ਪੱਠੇ ਨਹੀਂ ਲੈ ਕੇ ਆਇਆ, ਕਦੇ ਮੈਂ ਮੱਝ ਨਹੀਂ ਚੋਈ, ਕਦੇ ਕਿਸੇ ਦੇ ਘਰ ਦੁੱਧ ਨਹੀਂ ਦੇ ਕੇ ਆਇਆ। ਕਹਿੰਦਾ ਮੈਂ ਬਿਲਕੁਲ ਫਰੀ ਹਾਂ, ਮੈਨੂੰ ਇੰਝ ਲੱਗਦਾ ਕਿ ਸਾਡੇ ਘਰ ਮੱਝਾਂ ਹੈ ਹੀ ਕੋਈ ਨਹੀਂ। ਕਹਿੰਦੇ ਅਕਸਰ ਵੱਡੇ ਭਾਈ ਜਾਂਦੇ ਨੇ ਅੱਬਾ ਜੀ ਇਹਨੂੰ ਨਾਲ ਲਓ। ਕਹਿੰਦਾ ਨਹੀਂ ਪੁੱਤਰ ਛੱਡ ਦੇ, ਇਹਨੂੰ ਪੜ੍ਹਾਈ ਕਰਨ ਦੇ, ਆਪਣੀ ਮਰਜ਼ੀ ਕਰਨ ਦੇ। ਕਹਿੰਦਾ ਇਸ ਤਰ੍ਹਾਂ ਮੈਂ ਠਾਠ ਨਾ ਰਹਿਣਾ। ਕਹਿੰਦਾ ਹੋਰ ਛੱਡ ਕੇ ਜੁਮੇ ਵਾਲੇ ਦਿਨ ਮੇਰੇ ਯਾਰ ਦੋਸਤ ਕਾਲਜੋਂ ਮੇਰੇ ਘਰ ਆਉਂਦੇ ਨੇ। ਕਹਿੰਦੇ ਆ ਕੇ ਅੱਬਾ ਜੀ ਬੜੀ ਉਹਨਾਂ ਦੀ ਖਿਦਮਤ ਕਰਦੇ ਨੇ, ਦੁੱਧ ਮੱਖਣ ਗੰਨੇ। ਕਹਿੰਦਾ ਜੋ ਉਹਨਾਂ ਕੋਲ ਖਿਦਮਤ ਹੁੰਦੀ ਹੈ ਨਾ ਉਹ ਉਹਨਾਂ ਨਾਲ ਕਰਦੇ ਨੇ। ਕਹਿੰਦਾ ਮੁੰਡੇ ਬੜੇ ਖੁਸ਼ ਹੁੰਦੇ ਨੇ, ਕਹਿੰਦੇ ਯਾਰ ਤੇਰੇ ਵਾਲਦ ਸਾਹਿਬ ਬੜੇ ਅੱਛੇ ਨੇ। ਕਹਿੰਦਾ ਫਿਰ ਇੱਕ ਦਿਨ ਹੋਇਆ ਜੀ ਕਿ ਅਸੀਂ ਕਾਲਜ ਸਾਂ ਤੇ ਪਿੱਛੋਂ ਪਤਾ ਇਹ ਲੱਗਾ, ਫੋਨ ਆਇਆ ਕਿ ਵਾਲਦ ਸਾਹਿਬ ਦਾ ਐਕਸੀਡੈਂਟ ਹੋ ਗਿਆ। ਕਹਿੰਦਾ ਉਹਨਾਂ ਨੂੰ ਖੂਨ ਦੀ ਲੋੜ ਹੈ। ਕਹਿੰਦਾ ਮੈਂ ਉੱਥੇ ਬਹਿ ਕੇ ਰੋਣ ਲੱਗ ਪਿਆ, ਮੇਰੇ ਪੈਰਾਂ ਥੱਲੋਂ ਜ਼ਮੀਨ ਨਿਕਲ ਗਈ ਕਿ ਇਹ ਕੀ ਹੋਇਆ। ਕਹਿੰਦਾ ਮੁੰਡੇ ਮੈਨੂੰ ਪੁੱਛਦੇ ਨੇ ਕਿ ਕੀ ਹੋਈ। ਕਹਿੰਦਾ ਮੈਂ ਕਿਹਾ ਯਾਰ ਮੇਰੇ ਵਾਲਦ ਸਾਹਿਬ ਦਾ ਐਕਸੀਡੈਂਟ ਹੋ ਗਿਆ, ਉਹਨਾਂ ਨੂੰ ਖੂਨ ਦੀ ਜ਼ਰੂਰਤ ਹੈ। ਤੇ ਕਹਿੰਦਾ ਕਿਉਂ ਬੈਠਿਆ। ਕਹਿੰਦਾ ਚੱਲ ਚਲੀਏ। ਕਹਿੰਦਾ ਸਾਰਿਆਂ ਮੋਟਰਸਾਈਕਲ 3-3 4-4 ਮੁੰਡੇ ਮੋਟਰਸਾਈਕਲਾਂ 'ਤੇ ਚੜ੍ਹੇ ਤੇ ਸਿੱਧੇ ਹਸਪਤਾਲ। ਕਹਿੰਦਾ ਹਸਪਤਾਲ ਵਾਲੇ ਵੀ ਤੱਕ ਕੇ ਡਰ ਗਏ, ਇੰਨੀ ਵਾਮ ਆ ਗਈ ਹੈ ਸ਼ਾਇਦ ਕਿਹੜੇ ਨਾਲ ਲੜਾਈ ਕਰਨ ਆਏ ਨੇ। ਕਹਿੰਦਾ ਨਹੀਂ ਸਾਡੇ ਬਜ਼ੁਰਗ ਨੇ ਇੱਥੇ ਤਾਂ ਉਹਨਾਂ ਨੂੰ ਖੂਨ ਦੀ ਲੋੜ ਹੈ। ਕਹਿੰਦਾ ਫਿਰ ਮੁੰਡਿਆਂ ਨੇ ਟੈਸਟ ਕਰਾਏ, ਜਿਹਦਾ ਖੂਨ ਮੈਚ ਹੁੰਦਾ ਹੈ ਉਹਨਾਂ ਖੂਨ ਦਿੱਤਾ। ਤੇ ਕਹਿੰਦਾ ਉਨੀ ਦੇਰ ਉੱਥੋਂ ਹਿੱਲੇ ਨਹੀਂ ਆਇਆ ਜਿੰਨੀ ਦੇਰ ਤੱਕ ਬਜ਼ੁਰਗਾਂ ਨੂੰ ਹੋਸ਼ ਨਹੀਂ ਆਇਆ। ਤੇ ਕਹਿੰਦੇ ਬਜ਼ੁਰਗ ਸੇ ਉਹਨਾਂ ਨੂੰ ਮੁਲਾਕਾਤ ਹੋਈ, ਉਹਨਾਂ ਕਿਹਾ ਬੜੀ ਮਿਹਰਬਾਨੀ। ਮੈਂ ਕਿਹਾ ਨਹੀਂ ਅੰਕਲ ਜੀ ਤੁਸੀਂ ਸਾਡੇ ਵਾਲਦ ਸਾਹਿਬ ਦੀ ਜਗ੍ਹਾ 'ਤੇ ਹੋ, ਤੁਸੀਂ ਬਹੁਤ ਹੀ ਅੱਛੇ ਹੋ। ਕਹਿੰਦਾ ਘਰ ਆਏ ਨਾ ਤਾਂ ਮੈਂ ਪੁੱਛਿਆ ਅੱਬੂ ਜੀ ਕੀ ਗੱਲ ਆ, ਸਾਡੇ ਕੋਲ ਨਹੀਂ ਕੋਈ ਰਿਸ਼ਤੇਦਾਰ, ਕੋਈ ਫੁੱਫੀ ਚਾਚੀ ਮਾਮਾ ਤਾਇਆ। ਕਹਿੰਦਾ ਤੁਸੀਂ ਹੁਣ ਤੁਹਾਨੂੰ ਐਕਸੀਡੈਂਟ ਹੋਇਆ ਤੇ ਕੋਈ ਬੰਦਾ ਖੂਨ ਦੇਣ ਵਾਲਾ ਹੀ ਨਹੀਂ ਸੀ। ਉਹਨੇ ਆਖਿਆ ਪੁੱਤਰ ਤੇਰੇ ਸਾਰੇ ਰਿਸ਼ਤੇ ਹੈ ਨੇ, ਤੇਰੇ ਮਾਮੇ ਵੀ ਹੈ ਨੇ, ਤੇਰੀਆਂ ਫੁੱਫੀਆਂ ਵੀ ਹੈ ਨੇ, ਤੇਰੇ ਚਾਚੇ ਵੀ ਹੈ ਨੇ, ਹਰ ਚੀਜ਼ ਹੈ। ਤੇ ਆਂਦੇ ਫਿਰ ਅੱਬਾ ਜੀ ਉਹਨਾਂ ਨਾਲ ਕਿਉਂ ਨਹੀਂ ਅਸੀਂ ਮਿਲਦੇ। ਕਹਿੰਦਾ ਪੁੱਤਰ ਜੀ ਜਿਹੜੀ ਤੇਰੀ ਅੰਮਾ ਹੈ ਨਾ ਉਹ ਮੇਰੀ ਚਾਚੇ ਦੀ ਧੀ ਹੈ। ਕਹਿੰਦਾ ਅਸੀਂ ਫਲਾਣੇ ਪਿੰਡ 'ਚ ਰਹਿੰਦੇ ਸਾਂ, ਉੱਥੇ ਸਾਡਾ ਆਪਸ 'ਚ ਬਹੁਤ ਪਿਆਰ ਸੀ ਤੇ ਤੇਰੀ ਅੰਮਾ ਨਾਲ ਮੇਰੀ ਮੰਗਣੀ ਹੋਈ ਸੀ। ਕਹਿੰਦੇ ਮੰਗਣੀ ਹੋਈ ਸੀ ਤੇ ਸਾਡੀਆਂ ਜ਼ਮੀਨਾਂ ਵੀ ਤਕਰੀਬਨ ਇਕੱਠੀਆਂ ਨੇ। ਕਹਿੰਦੇ ਜਿਹੜਾ ਤੇਰਾ ਚਾਚਾ ਹੈ ਉਹ ਕਿਸੇ ਦੀਆਂ ਗੱਲਾਂ ਵਿੱਚ ਆ ਗਿਆ, ਗੱਲਾਂ 'ਚ ਆ ਕੇ ਤਾਂ ਉਹਨੇ ਥੋੜ੍ਹੀ ਮੂੰਹ ਮਾਰੀ ਕੀਤੀ ਉਸ ਮੇਰੇ ਅੱਬਾ ਜੀ ਨਾਲ, ਤੇ ਅੱਬਾ ਜੀ ਵੀ ਥੋੜ੍ਹੇ ਗੁੱਸੇ 'ਚ ਆ ਗਏ। ਕਹਿੰਦੇ ਕਰਦਿਆਂ ਕਰਾਉਂਦਿਆਂ ਉਹਨਾਂ ਦੀ ਗੱਲ ਜਿਹੜੀ ਆ ਪਰਿਆ ਹੀ ਟੁਰ ਗਈ, ਪਰਿਆ 'ਚ ਵੀ ਕੋਈ ਨਾ ਮੁੱਕੀ ਤੇ ਆਪੇ 'ਚ ਇਹਨਾਂ ਦੁਸ਼ਮਣੀ ਬਣਾ ਲਈ। ਕਹਿੰਦੇ ਇੱਕ ਦੂਜੇ ਦੇ ਘਰੋਂ ਖਲੋ ਕੇ ਫੈਰ ਮਾਰਦੇ ਸੀ, ਹਵਾਈ ਫੈਰ ਮਾਰਦੇ ਸੀ। ਕਹਿੰਦੇ ਹਵਾਈ ਫੈਰ ਗੱਲ ਵੱਧ ਗਈ। ਫਿਰ ਉਹ ਆਉਂਦੇ ਨੇ ਜੀ ਅਸਾਂ ਕੁੜੀ ਦਾ ਰਿਸ਼ਤਾ ਕੋਈ ਨਹੀਂ ਦੇਣਾ, ਤੇ ਵਾਲਦ ਸਾਹਿਬ ਮੇਰੇ ਵੀ ਕਹਿੰਦੇ ਨੇ ਕਿ ਅਸਾਂ ਵੀ ਕਿਹੜਾ ਰਿਸ਼ਤਾ ਕਰਨਾ। ਕਹਿੰਦਾ ਲੇਕਿਨ ਤੇਰੀ ਅੰਮਾ ਤੇ ਮੈਂ ਇੱਕ ਦੂਜੇ ਨੂੰ ਪਸੰਦ ਕਰਦੇ ਸਾਂ, ਅਸਾਂ ਕਿ ਅਸਾਂ ਤਾਂ ਵਿਆਹ ਕਰਨਾ ਹੀ ਕਰਨਾ। ਕਹਿੰਦਾ ਮੈਂ ਢੇਰ ਵਾਲਦ ਸਾਹਿਬ ਨੂੰ ਸਮਝਾਇਆ ਕਿ ਮੈਂ ਸ਼ਾਦੀ ਉੱਥੋਂ ਹੀ ਕਰਨੀ ਹੈ। ਉਹਨਾਂ ਆਖਿਆ ਪੁੱਤਰ ਇਹ ਭੁੱਲ ਜਾ, ਹੁਣ ਇਹ ਸ਼ਾਦੀ ਨਹੀਂ ਹੋ ਸਕਦੀ। ਕਹਿੰਦਾ ਫਿਰ ਅਸਾਂ ਜਾ ਕੇ ਚੋਰੀ ਛੁਪੇ ਨਿਕਾਹ ਕਰ ਲਿਆ। ਨਿਕਾਹ ਕਰਕੇ ਮੈਂ ਘਰ ਲੈ ਕੇ ਆਇਆ ਤੇ ਅੱਗੋਂ ਅੱਬਾ ਜੀ ਹੋਰ ਗੁੱਸੇ ਹੋ ਗਏ। ਉਹਨਾਂ ਆਖਿਆ ਤੂੰ ਕਿਹੜਾ ਕੰਮ ਕੀਤਾ, ਹੁਣ ਤਾਂ ਕਤਲਾਂ ਦੇ ਗਾਲ ਟੁਰ ਗਈ ਹੈ। ਕਹਿੰਦਾ ਪਰ ਮੈਂ ਅੱਬਾ ਜੀ ਲੈ ਆਇਆ, ਹੁਣ ਮੈਂ ਇਹਨੂੰ ਨਹੀਂ ਛੱਡਣਾ। ਉਹਨੇ ਆਖਿਆ ਪੁੱਤਰ ਫਿਰ ਇੰਝ ਕਰ, ਸਾਡੇ ਵੱਲੋਂ ਤੂੰ ਫਾਰਗ ਹੈ, ਮੈਂ ਤੈਨੂੰ ਆਪਣੇ ਵੱਲੋਂ ਆਖ ਕੀਤਾ ਇਹਨੂੰ ਜਿੱਥੇ ਮਰਜ਼ੀ ਲੈ ਕੇ ਜਾ। ਕਹਿੰਦਾ ਫਿਰ ਮੇਰਾ ਯਾਰ ਦੋਸਤ ਆ, ਮੈਂ ਉਹਦੇ ਕੋਲ ਇਸ ਪਿੰਡ ਵਿੱਚ ਆਇਆ। ਕਹਿੰਦਾ ਉਹਦੇ ਕੋਲ ਰਿਹਾ ਤੇ ਆ ਕੇ ਇੱਥੇ ਫਿਰ ਆਪਣਾ ਸਿਸਟਮ ਸ਼ੁਰੂ ਕੀਤਾ ਤੇ ਮੱਝਾਂ ਬਣਾਈਆਂ ਨੇ। ਤੇ ਕਹਿੰਦਾ ਅੱਬਾ ਜੀ ਤੁਸੀਂ ਵਾਪਸ ਪਤਾ ਤੇ ਕਰਨਾ ਸੀ, ਸ਼ਾਇਦ ਹੁਣ ਉਹਨਾਂ ਦੇ ਕੋਈ ਦਿਲ ਨਰਮ ਪੈ ਗਏ। ਉਹਨਾਂ ਨੇ ਕਿਹਾ ਪੁੱਤਰ ਨਰਮ ਨਹੀਂ ਪੈਂਦੇ, ਉਹ ਗੱਲ ਬੜੀ ਵੱਧੀ ਸੀ। ਉਹਨੇ ਆਖਿਆ ਨਹੀਂ ਅੱਬਾ ਜੀ ਇਜਾਜ਼ਤ ਦਿਓ, ਬੜਾ ਮੈਨੂੰ ਜਾਣਦੇ ਨੇ, ਮੈਂ ਉੱਥੇ ਚੱਕਰ ਨਾ ਲਾ ਕੇ ਆਵਾਂ। ਉਹਨੇ ਆਖਿਆ ਪੁੱਤਰ ਤੇਰੀ ਮਰਜ਼ੀ, ਲਾਇਆ ਚੱਕਰ। ਕਹਿੰਦਾ ਮੈਂ ਗਿਆ ਪਿੰਡ ਜਾ ਕੇ ਦਰਵਾਜ਼ਾ ਖੜਕਾਇਆ ਪੁੱਛ ਕੇ। ਜਿਸ ਦਰਵਾਜ਼ਾ ਖੁੱਲ੍ਹਿਆ ਤੇ ਦਾਦਾ ਜੀ ਨੇ ਤੱਕਦਿਆਂ ਸਾਥ ਹੀ ਮੈਨੂੰ ਆਖਿਆ ਤੂੰ ਤੇ ਉਹਦਾ ਪੁੱਤਰ ਹੈ। ਕਹਿੰਦਾ ਨਾਲ ਹੀ ਮੈਨੂੰ ਗਲੇ ਲਾ ਲਿਓ ਤੇ ਅੰਦਰ ਲੈ ਗਏ। ਕਹਿੰਦਾ ਅੰਦਰ ਲੈ ਕੇ ਭਾਲਿਓ ਨੇ ਦਾਦੀ ਮੇਰੀ ਕਲਾਵੇ ਮਾਰ, ਸਾਰੇ ਰਿਸ਼ਤੇਦਾਰ ਆ ਗਏ। ਕਹਿੰਦੇ ਬੜੇ ਖੁਸ਼। ਕਹਿੰਦੇ ਅਸੀਂ ਤਾਂ ਉਦੋਂ ਦੇ ਰਾਜ਼ੀ ਹੋ ਗਏ, ਅਸੀਂ ਤਾਂ ਆਖਿਆ ਕਿਸੇ ਤਰੀਕੇ ਨਾਲ ਵਾਪਸ ਆਵਣ, ਸਾਡੇ ਤੇ ਇਹ ਆਪੇ 'ਚ ਕੋਈ ਰਹੀ ਕੋਈ ਨਹੀਂ ਦੁਸ਼ਮਣੀ। ਕਹਿੰਦਾ ਅੱਛਾ। ਤੇ ਉਹ ਫਿਰ ਕਹਿੰਦਾ ਮੈਂ ਦਾਦਾ ਜੀ ਨੂੰ ਨਾਲ ਲੈ ਕੇ ਆਇਆ, ਲਿਆ ਕੇ ਮਿਲਾਇਆ। ਫਿਰ ਜਿਸ ਵੇਲੇ ਅੱਬਾ ਜੀ ਨਾਲ, ਅੱਬਾ ਜੀ ਬੜੇ ਖੁਸ਼ ਹੋਏ। ਕਹਿੰਦਾ ਫਿਰ ਸਾਰੇ ਰਿਸ਼ਤੇਦਾਰ ਵਾਰੀਓ ਵਾਰੀ, ਕਹਿੰਦਾ ਹੁਣ ਅਸੀਂ ਐਸੇ ਪਿੰਡ 'ਚ ਰਹਿੰਦੇ ਹਾਂ ਲੇਕਿਨ ਇਹ ਹੈ ਕਿ ਸਾਰੇ ਰਿਸ਼ਤੇਦਾਰ ਸਾਡੇ ਕੋਲ ਮਿਲਣ ਆਏ ਨੇ। ਕਹਿੰਦਾ ਫਿਰ ਮੇਰੀ ਵਜ੍ਹਾ ਨਾਲ ਜਿਹੜਾ ਸਾਰਾ ਰਾਜ਼ੀਨਾਮਾ ਹੋ ਗਿਆ, ਉਹ ਕਹਿੰਦੇ ਸਾਡਾ ਤਾਂ ਉਦੋਂ ਦੇ ਦੁਸ਼ਮਣੀ ਖਤਮ ਹੋ ਗਈ ਹੈ, ਅਸੀਂ ਤਾਂ ਇੱਕੋ ਕੁਝ ਹੋ ਗਏ ਹਾਂ। ਇਸ ਵਾਸਤੇ ਜਿਹੜਾ ਨਾ ਇਹ ਜਿਹੜੇ ਗਲਤ ਫਹਿਮੀਆਂ ਹੁੰਦੀਆਂ ਨੇ ਦੂਰ ਟੁਰ ਜਾਂਦੀਆਂ ਨੇ। ਇਹ ਗੱਲ ਜਵਾਨ ਨੇ ਸੁਣਾਈ ਸੀ, ਮੈਂ ਕਿਹਾ ਤੁਹਾਨੂੰ ਸੁਣਾਵਾਂ। ਅਗਰ ਗੱਲ ਮੇਰੀ ਅੱਛੀ ਲੱਗੀ ਹੋਵੇ ਤਾਂ ਪਲੀਜ਼ ਲਾਈਕ ਕਰਿਆ ਕਰੋ, ਕਮੈਂਟਸ ਕਰਿਆ ਕਰੋ, ਸਬਸਕ੍ਰਾਈਬ ਕਰਦੇ ਹੋ ਤੇ ਦਿਲ ਖੁਸ਼ ਹੁੰਦਾ। ਇਸ ਵਾਸਤੇ ਸਬਸਕ੍ਰਾਈਬ ਲਾਜ਼ਮੀ ਕਰਿਆ ਕਰੋ ਤਾਂ ਕਿ ਥੋੜਾ ਮੇਰਾ ਹੌਸਲਾ ਵਧੇ, ਮਜ਼ੀਦ ਅੱਛੀਆਂ ਵੀਡੀਓ ਮੈਂ ਤੁਹਾਡੇ ਕੋਲ ਲੈ ਕੇ ਆਵਾਂ, ਤੁਹਾਨੂੰ ਅੱਛੀਆਂ ਲੱਗਣ। अगर वीडियो अच्छी लगी हो तो प्लीज़ लाइक करो, अपना ख्याल रखियो, दुआओं च याद रखियो। अल्लाह हाफिज़।